जुगति बिना मुक्ति नहीं। गुरु का सुंदर स्वरूप साध संगत जी, जो गुरु दे दरबार ਵਿੱਚ जुड़ बैठे हो, आप बहुत ਭਾਗਾਂ वाले हो कि जो इस सत्संग ਦੀ ਘੜੀ ਨੂੰ ਖਾਲੀ ਨਹੀਂ ਜਾਣ ਦਿੰਦੇ। ਸਾਹਿਬਾਂ ਨੇ ਆਪਣੀ ਪਾਵਨ ਰਸਨਾ ਵਿੱਚੋਂ ਕਲਯੁਗੀ ਜੀਵਾਂ ਨੂੰ ਇੱਕ ਕਲਿਆਣਕਾਰੀ ਉਪਦੇਸ਼ ਪ੍ਰਦਾਨ ਕੀਤਾ ਹੈ। ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ। ਅੰਗ 709। ਫਾਰਸੀ ਜ਼ਬਾਨ ਵਿੱਚ ਸਤ ਤੋਂ ਭਾਵ 100 ਵੀ ਹੈ ਔਰ ਇਹੀ ਜ਼ੁਬਾਨ ਦੇ ਲਿਹਾਜ਼ ਨਾਲ ਇਸ ਦੇ ਅਰਥ ਨੇ ਸਦਾ ਹੀ। ਗਰੀਬ ਨਿਵਾਜ ਫਰਮਾ ਰਹੇ ਹਨ ਕਿ ਜਿਨ੍ਹਾਂ ਨੂੰ ਹਰੀ ਦੀ ਕਥਾ ਚੰਗੀ ਲੱਗਦੀ ਹੈ, ਜਿਨ੍ਹਾਂ ਨੂੰ ਹਰੀ ਦੀ ਕਥਾ ਭਾਉਂਦੀ ਹੈ ਅਤੇ ਜਿਨ੍ਹਾਂ ਨੂੰ ਵਾਹਿਗੁਰੂ ਦੀ ਕਥਾ ਕਲਿਆਣਕਾਰੀ ਅਤੇ ਮਿੱਠੀ ਜਾਪਦੀ ਹੈ, ਉਹ ਫਿਰ ਸਾਰੇ ਇਸ ਨੂੰ ਸਦਾ ਹੀ ਸੁਣਦੇ ਔਰ ਫਿਰ ਗੁਰੂ ਵੀ ਉਹਨਾਂ ਸਿੱਖਾਂ ਤੋਂ ਸਦਾ ਕੁਰਬਾਨ ਜਾਂਦਾ ਹੈ। ਗੁਰਦੇਵ ਜੀ ਫਰਮਾਉਂਦੇ ਹਨ ਕਿ ਕਈ ਵੇਰਾਂ ਸਿਆਣਾ ਆਦਮੀ ਅਤੇ ਕਈ ਵੇਰਾਂ ਤਾਂ ਸਧਾਰਨ ਆਦਮੀ ਵੀ ਗੁਰਦੁਆਰੇ ਆ ਕੇ ਇਹੋ ਹੀ ਸੋਚਦਾ ਹੈ ਕਿ ਜਦੋਂ ਇੱਥੇ ਆਈਏ, ਇੱਥੇ ਆ ਕੇ ਸਿਰਫ ਨਾਮ ਦਾ ਹੀ ਉਪਦੇਸ਼ ਹੈ, ਇਸ ਤੋਂ ਇਲਾਵਾ ਹੋਰ ਕੋਈ ਪ੍ਰਕਰਨ ਇਹਨਾਂ ਕੋਲ ਹੈ ਹੀ ਨਹੀਂ। ਪ੍ਰਕਰਨ ਤਾਂ ਬਹੁਤ ਹੈ, ਲੇਕਿਨ ਸਾਦੀ ਜ਼ਿੰਦਗੀ ਵਾਸਤੇ ਵੀ ਉਪਦੇਸ਼ ਕਰਨਾ ਇਹ ਇੱਕ ਮਜ਼ਮੂਨ ਹੈ ਔਰ ਆਮ ਲੋਕਾਂ ਨੂੰ ਫਜ਼ੂਲ ਖਰਚੀ ਤੋਂ ਰੋਕਣਾ ਇਹ ਵੀ ਇੱਕ ਮਜ਼ਮੂਨ ਹੈ। ਇੱਥੋਂ ਤੱਕ ਕਿ ਵਿਕਾਰਾਂ ਵਿੱਚ ਪਿਆ ਹੋਇਆ ਲੋਕਾਂ ਨੂੰ ਰੋਕਣਾ ਇੱਕ ਤਰ੍ਹਾਂ ਦਾ ਇਹ ਵੀ ਮਜ਼ਮੂਨ ਹੈ। ਪਰੰਤੂ ਵੇਖਣ ਵਾਲੀ ਗੱਲ ਇਹ ਕਿ ਅਗਰ ਆਦਮੀ ਖਲੋ ਤਾਂ ਜਾਏ ਲੋਹੇ ਵਾਲੀ ਦੁਕਾਨ 'ਤੇ, ਜਿੱਥੇ ਰੰਗ ਬਿਰੰਗਾ ਲੋਹਾ ਮਿਲਦਾ ਹੈ, ਅਤੇ ਉੱਥੇ ਜਾ ਕੇ ਇਹ ਪੁੱਛੇ ਕਿ ਜਿਹੜੀ ਬੰਦੇ ਵਿੱਚ ਬੰਦਗੀ ਹੈ ਉਹ ਕੀ ਭਾਅ ਮਿਲਦੀ ਹੈ। ਇਹ ਗੱਲ ਸੁਣ ਕੇ ਲੋਹੇ ਵਾਲੀ ਦੁਕਾਨ ਵਾਲਾ ਸੋਚੇਗਾ ਕਿ ਮੈਂ ਪਾਗਲ ਹਾਂ ਜਾਂ ਇਹ ਪਾਗਲ ਹੈ। ਦੁਕਾਨ ਲੋਹੇ ਦੀ ਹੈ ਅਤੇ ਇਹ ਪੁੱਛਦਾ ਕੁਝ ਹੋਰ ਪਿਆ ਹੈ। ਫਿਰ ਉਸ ਨੂੰ ਇਹ ਸ਼ੱਕ ਹੋਏਗਾ ਕਿ ਮਾਲ ਮੇਰੇ ਅੰਦਰ ਕੁਝ ਹੋਰ ਪਿਆ ਹੈ ਅਤੇ ਇਹ ਮੰਗਦਾ ਕੁਝ ਹੋਰ ਪਿਆ ਹੈ। ਮਾਨ ਸਿੰਘ ਜੀ ਕਹਿੰਦੇ ਨੇ, ਮੈਂ ਅਹਿਮਦਾਬਾਦ ਗਿਆ ਸੀ, ਉੱਥੇ ਇੱਕ ਪਕੌੜਿਆਂ ਦੀ ਦੁਕਾਨ ਸੀ ਅਤੇ 7 ਕੜਾਹੀਆਂ ਹਰ ਵੇਲੇ ਉਸ ਦੀਆਂ ਤਪਦੀਆਂ ਰਹਿੰਦੀਆਂ ਸਨ। ਹੋਰ ਲੋਕਾਂ ਦੀ ਉੱਥੇ ਲਾਈਨ ਲੱਗੀ ਰਹਿੰਦੀ ਸੀ। ਵਾਹਿਗੁਰੂ ਜਾਣੇ ਕਿ ਕੀ ਉਸ ਦੇ ਪਕੌੜਿਆਂ ਵਿੱਚ ਕਸ਼ਿਸ਼ ਸੀ ਕਿ ਲੋਕੀ ਲਾਈਨ ਵਿੱਚ ਖਲੋ ਕੇ ਪਕੌੜੇ ਲੈਂਦੇ ਸੀ। ਔਰ ਜੇਕਰ ਕੋਈ ਆਦਮੀ ਉਸ ਦੀ ਦੁਕਾਨ 'ਤੇ ਆ ਕੇ ਇਹ ਪੁੱਛੇ ਕਿ ਆਇਰਨ ਕੰਪਨੀ ਦਾ ਬਣਿਆ ਹੋਇਆ ਗਾਡਰ ਕੋਲਾ ਕੀ ਭਾਅ ਹੈ, ਅਤੇ ਇਹ ਸੁਣ ਕੇ ਪਕੌੜਿਆਂ ਵਾਲੇ ਨੇ ਸ਼ੰਕਾ ਵਿੱਚ ਪੈ ਜਾਣਾ ਹੈ ਕਿ ਮੈਂ ਪਕੌੜੇ ਵੇਚਦਾ ਹਾਂ, 7 ਕੜਾਹੀਆਂ ਪਈਆਂ ਹੋਈਆਂ ਨੇ, ਸਾਰੇ ਲੋਕੀ ਖਾ ਰਹੇ ਨੇ ਔਰ ਇਹ ਮੇਰੇ ਕੋਲੋਂ ਕੋਲੇ ਦਾ ਭਾਅ ਪੁੱਛ ਰਿਹਾ ਹੈ, ਇਹ ਕਿਤੇ ਸ਼ੁਦਾਈ ਤਾਂ ਨਹੀਂ ਹੋ ਗਿਆ। ਫਿਰ ਜਾ ਕੇ ਖਲੋ ਗਿਆ ਅਤਰ ਵਾਲੀ ਦੁਕਾਨ 'ਤੇ, ਜਿੱਥੇ ਹਰ ਤਰ੍ਹਾਂ ਦੀਆਂ ਖੁਸ਼ਬੂਆਂ ਪਈਆਂ ਹੋਈਆਂ ਨੇ, ਔਰ ਉੱਥੇ ਜਾ ਕੇ ਪੁੱਛਦਾ ਹੈ ਕਿ ਪਕੌੜੇ ਕੀ ਭਾਅ ਨੇ। ਅਤੇ ਜਿਹੜੇ ਨਿੱਕੇ ਮੁੰਡੇ ਖੜ੍ਹੇ ਨੇ ਉਸ ਦੇ ਪਿੱਛੇ ਜਾ ਕੇ ਇਹੀ ਗੱਲਾਂ ਕਹੀ ਜਾਂਦੇ ਨੇ ਕਿ ਭਾਈ ਪਾਗਲ ਹੈ, ਭਾਈ ਪਾਗਲ ਹੈ। ਉਹ ਇਸ ਲਈ ਕਿ ਖਲੋਤਾ ਕਿਸੇ ਹੋਰ ਦੁਕਾਨ 'ਤੇ ਹੈ ਔਰ ਉਸ ਵਿੱਚ ਪਿਆ ਹੋਇਆ ਸੌਦਾ ਕੁਝ ਹੋਰ ਹੈ ਅਤੇ ਇਹ ਭਾਅ ਕਿਸੇ ਦੂਜੀ ਚੀਜ਼ ਦਾ ਪੁੱਛਦਾ ਹੈ। ਬਾਬਾ ਨਾਨਕ ਜੀ ਖੁਦ ਇਹ ਗੱਲ ਲਿਖ ਗਏ ਹਨ, ਨਾਨਕ ਤੇਰਾ ਬਾਣੀਆ। ਇਸ ਤੋਂ ਭਾਵ ਹੈ ਕਿ ਹੇ ਵਾਹਿਗੁਰੂ, ਮੈਂ ਤੇਰਾ ਦੁਕਾਨਦਾਰ ਹਾਂ ਔਰ ਮੇਰੀ ਦੁਕਾਨ ਵਿੱਚ ਜੋ ਕੋਈ ਚੀਜ਼ ਹੈ ਉਹ ਵਾਹਿਗੁਰੂ ਤੂੰ ਹੀ ਹੈ। ਤੂੰ ਸਾਹਿਬ, ਮੈਂ ਰਾਸ, ਮੇਰੀ ਦੁਕਾਨ ਵਿੱਚ ਰਾਸ ਪੂੰਜੀ ਤੂੰ ਹੀ ਹੈ ਔਰ ਮੈਂ ਤੈਨੂੰ ਹੀ ਵੇਚਦਾ ਹਾਂ। ਮਨ ਤੇ ਧੋਖਾ ਤਾਂ ਲਹੈ ਜਾਂ ਸਿਫਤ ਕਰੀ ਅਰਦਾਸ।
ਇਸ ਧੋਖੇ ਦਾ ਅਰਥ ਦਗਾ ਨਹੀਂ, ਬਲਕਿ ਇਸ ਦਾ ਅਰਥ ਹੈ ਧੁਖੀ, ਅਰਥਾਤ ਜਿਸ ਤਰ੍ਹਾਂ ਗਿੱਲਾ ਗੋਹਾ ਬਲਦਾ ਨਹੀਂ ਪਰ ਧੁਖਦਾ ਰਹਿੰਦਾ ਹੈ, ਇਸੇ ਤਰ੍ਹਾਂ ਬਹੁਤੇ ਸੱਜਣਾਂ ਦੇ ਮਨ ਧੁਖਦੇ ਰਹਿੰਦੇ ਨੇ। ਅੰਤਰ ਚਿੰਤਾ ਨੈਣੀ ਸੁਖੀ, ਭਾਵ ਕਿ ਅੱਖਾਂ ਨਾਲ ਵੇਖੀਏ ਤਾਂ ਸੁਖੀ ਮਾਲੂਮ ਹੁੰਦਾ ਹੈ, ਲੇਕਿਨ ਅੰਦਰ ਚਿੰਤਾ ਹੈ। ਪਰ ਲੋਕੀ ਤਾਂ ਬਾਹਰਲੀ ਪਰਥੀ ਵੇਖਦੇ ਹਨ ਕਿ ਵੇਖਣ ਨੂੰ ਠੀਕ ਠਾਕ ਜਾਪਦਾ ਹੈ, ਪਰ ਇਹ ਨਹੀਂ ਉਸ ਨੂੰ ਪਤਾ ਕਿ ਉਸ ਦੇ ਅੰਦਰ ਚਿੰਤਾ ਹੈ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ। ਐਸੇ ਆਦਮੀ ਵਿੱਚ ਪਦਾਰਥਾਂ ਦੀ ਭੁੱਖ ਲੈਂਦੀ ਨਹੀਂ, ਔਰ ਉਹ ਅੰਦਰੋਂ ਇਸੇ ਕਰਕੇ ਦੁਖੀ ਹੈ ਕਿ ਉਹ ਅਗਾਂਹ ਹੋਰ ਮੰਗੀ ਜਾਂਦਾ ਹੈ। ਸਾਹਿਬ ਸੱਚਾ ਪਾਤਸ਼ਾਹ ਇੱਕ ਮਿੰਟ 'ਤੇ ਸਾਨੂੰ ਸੁਚੇਤ ਕਰਦੇ ਹਨ। ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮੈਂ ਰਾਸ। ਮਨ ਦੀ ਚਿੰਤਾ, ਮਨ ਦਾ ਸੜਨਾ, ਭੁੱਜਣਾ, ਅੰਦਰੋਂ ਅੰਦਰੀ ਕ੍ਰਿਜਣਾ, ਇਹ ਸਭ ਕੁਛ ਤਾਂ ਹੀ ਦੂਰ ਹੋਵੇਗਾ ਜੇਕਰ ਇਹ ਵਾਹਿਗੁਰੂ ਦੀ ਸਿਫਤ ਕਰੇਗਾ, ਅਰਥਾਤ ਸਿਫਤ ਕਰੇ ਅਰਦਾਸ ਦੇ ਰੂਪ ਵਿੱਚ। ਔਰ ਸਾਨੂੰ ਵਾਹਿਗੁਰੂ ਨੇ ਜਾਂਚ ਸਿਖਾਈ ਹੈ, ਲੇਖੇ ਗਣਤ ਨਾ ਛੁੱਟੀ ਹੈ। ਇਸ ਤੋਂ ਭਾਵ ਕਿ ਹੇ ਵਾਹਿਗੁਰੂ, ਜੇਕਰ ਤੂੰ ਸਾਡੇ ਲੇਖੇ ਗਿਣੇਗਾ ਤਾਂ ਸਾਡਾ ਛੁਟਕਾਰਾ ਨਹੀਂ ਹੋਣਾ। ਇਸੇ ਕਰਕੇ ਨਹੀਂ ਹੋਣਾ ਕਿਉਂਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਜਿਵੇਂ ਸਮੁੰਦਰ ਦਾ ਪਾਣੀ ਤੋਲਿਆ ਜਾਂ ਮਿਣਿਆ ਨਹੀਂ ਜਾਂਦਾ, ਉਸੇ ਤਰ੍ਹਾਂ ਸਾਡੇ ਔਗੁਣ ਵੀ ਤੋਲੇ ਨਹੀਂ ਜਾਂਦੇ। ਇਸ ਲਈ ਸਾਡੇ 'ਤੇ ਤੂੰ ਕਿਰਪਾ ਕਰ, ਸਾਡੇ ਔਗੁਣ ਬਖਸ਼ ਦੇ। ਵਾਹਿਗੁਰੂ ਦੇ ਚਰਨਾਂ ਨਾਲ ਲੱਗੀ ਹੋਈ ਹੈ। ਲੇਖੇ ਕਤੈ ਨ ਛੋਟੀਐ, ਖਿਨ ਖਿਨ ਭੂਲਣ ਹਾਰ। ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਹੇ ਮੇਰੇ ਬਖਸ਼ਣ ਹਾਰ ਦਾਤਾ, ਜੀਏ ਜਾਨ ਨਾਲ ਬਖਸ਼ ਲੈ। ਗਰੀਬ ਨਿਵਾਜ ਨੇ ਸਾਨੂੰ ਨਿਮਰਤਾ ਨਾਲ ਅਰਦਾਸ ਕਰਨੀ ਦੱਸੀ ਹੈ, ਔਰ ਉਹਨਾਂ ਸਾਰਿਆਂ ਤੋਂ ਕੁਰਬਾਨ ਜਿਹੜੇ ਹਰੀ ਪਰਮਾਤਮਾ ਦੀ ਕਥਾ ਸੁਣਦੇ ਨੇ। ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵੇਂ ਪ੍ਰਭ ਮੱਥਾ। ਇਸ ਤੋਂ ਭਾਵ ਹੈ ਕਿ ਉਹ ਪੂਰਨ ਮਰਦ ਨੇ, ਉਹ ਪੂਰਨ ਮਨੁੱਖ ਨੇ, ਬੜੇ ਮੰਨੇ ਪਰਮੰਨੇ ਮਨੁੱਖ ਨੇ। ਉਹ ਜਿਹੜੇ ਵਾਹਿਗੁਰੂ ਅੱਗੇ ਸਿਰ ਝੁਕਾਉਂਦੇ ਨੇ, ਜਿਹੜੇ ਵਾਹਿਗੁਰੂ ਅੱਗੇ ਮੱਥਾ ਟੇਕਦੇ ਨੇ, ਔਰ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਹੀਂ ਕਰਦੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਤੁਹਾਨੂੰ ਸਿੱਖੀ ਬਖਸ਼ੀ ਹੈ, ਉਹ ਕਹਿੰਦੇ ਨੇ ਕਿ ਮੈਂ ਨਾ ਗਣੇਸ਼ੈ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ। ਐ ਵਾਹਿਗੁਰੂ, ਮੈਨੂੰ ਜਿਹੜੀ ਵੀ ਵਸਤੂ ਜਾਂ ਜੀਵ ਦੀ ਲੋੜ ਹੋਵੇ, ਉਹ ਮੈਂ ਤੇਰੇ ਕੋਲੋਂ ਪ੍ਰਾਪਤ ਕਰ ਲੈਂਦਾ ਹਾਂ, ਔਰ ਤੈਨੂੰ ਛੱਡ ਕੇ ਮੈਂ ਹੋਰ ਕਿਸੇ ਨੂੰ ਨਹੀਂ ਧਿਆਉਂਦਾ। ਮੈਂ ਉਹਨਾਂ ਦਾ ਨਾਮ ਸਿਰਫ ਕੰਨਾਂ ਨਾਲ ਸੁਣਿਆ ਹੈ, ਜਾਣ ਪਛਾਣ ਕੋਈ ਵੀ ਨਹੀਂ। ਅਰਥਾਤ ਗੁਰੂ ਦੀ ਵਾਹਿਗੁਰੂ ਨਾਲ ਕਿੰਨੀ ਕੁ ਜਾਣ ਪਛਾਣ ਸੀ। ਗੁਰੂ ਨੇ ਤਾਂ ਵਾਹਿਗੁਰੂ ਨੂੰ ਚੰਗੀ ਤਰ੍ਹਾਂ ਜਾਣਿਆ ਹੋਇਆ ਸੀ, ਔਰ ਜਿਹੜੇ ਉਹਨਾਂ ਦੇ ਭੇਜੇ ਹੋਏ ਦੇਵੀ ਦੇਵਤੇ ਨੇ, ਉਹ ਕਹਿੰਦੇ ਨੇ ਮੇਰੀ ਜਾਣ ਪਛਾਣ ਉਸ ਵਾਹਿਗੁਰੂ ਨਾਲੋਂ ਜ਼ਿਆਦਾ ਤੁਹਾਡੇ ਨਾਲ ਹੈ, ਕਿਉਂਕਿ ਉਹਨਾਂ ਨੂੰ ਤਾਂ ਮੈਂ ਸਿਰਫ ਕੰਨਾਂ ਨਾਲ ਸੁਣਿਆ ਹੈ। ਕਾਨ ਸੁਣੇ ਪਹਿਚਾਨ ਨਾ ਤਿਨਸੋਂ, ਲਿਵ ਲਾਗੀ ਮੋਰੀ ਪਗ ਇਨਸੋਂ। ਦਸਮ ਗ੍ਰੰਥ। ਅਰਥਾਤ ਮੇਰੀ ਲਿਵ ਤੇ ਵਾਹਿਗੁਰੂ ਦੇ ਚਰਨਾਂ ਨਾਲ ਜੁੜੀ ਹੋਈ ਹੈ।
ਵਾਹਿਗੁਰੂ ਦੇ ਚਰਨਾਂ ਨਾਲ ਲੱਗੀ ਹੋਈ ਹੈ, ਔਰ ਵਾਹਿਗੁਰੂ ਤੋਂ ਬਿਨਾਂ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਇੱਕ ਥਾਂ ਹੋਰ ਵੀ ਸਰਕਾਰ ਨੇ ਬੜੀ ਦਲੇਰੀ ਨਾਲ ਐਲਾਨ ਕੀਤਾ ਹੈ, ਜਟਾ ਨ ਸੀਸ ਧਾਰ ਹੋਂ। ਨਾ ਤਾਂ ਮੈਂ ਆਪਣੇ ਤੇ ਨਾ ਹੀ ਆਪਣੇ ਸਿੱਖਾਂ ਦੇ ਸਿਰ ਜਟਾਵਾਂ ਬਣਾਉਣੀਆਂ ਹਨ। ਨ ਮੁੰਦਰ ਕਾ ਸੁਧਾਰ ਹੋਂ, ਔਰ ਮੈਂ ਆਪਣੇ ਸਿੱਖਾਂ ਵਿੱਚ ਅਰਥਾਤ ਉਹਨਾਂ ਦੇ ਕੰਨਾਂ ਵਿੱਚ ਮੁੰਦਰਾਂ ਨਹੀਂ ਪਾਉਣੀਆਂ। ਭਾਵੇਂ ਉਹ ਲੱਕੜੀ ਦੀ ਹੈ ਤੇ ਭਾਵੇਂ ਉਹ ਕੱਚ ਦੀ ਹੈ, ਮੈਂ ਉਹਨਾਂ ਨੂੰ ਦੁਨੀਆ ਤੋਂ ਵੱਖਰੇ ਨਹੀਂ ਕਰ ਦੇਣਾ ਕਿ ਉਹ ਕੱਟ ਕੇ ਅਲੱਗ ਹੋ ਗਏ ਨੇ। ਭਜੋ ਸੋ ਇੱਕ ਨਾਮਯਨ, ਔਰ ਜਪਾਂਗਾ ਤੇਰਾ ਇੱਕੋ ਨਾਮ ਹੀ, ਜਿਸ ਨੂੰ ਕਹਿੰਦੇ ਨੇ ਸਤਨਾਮ ਵਾਹਿਗੁਰੂ। ਜੋ ਕਾਮ ਸਰਬ ਠਾਮਯਨ, ਤੇ ਮੈਂ ਉਹ ਨਾਮ ਜਪਾਂਗਾ ਜਿਹੜਾ ਸਾਰੀਆਂ ਥਾਵਾਂ 'ਤੇ ਕੰਮ ਆਉਂਦਾ ਹੈ, ਜਿਹੜਾ ਸਾਰੀਆਂ ਮੁਸੀਬਤਾਂ ਤੋਂ ਬਚਾ ਲੈਂਦਾ ਹੈ, ਜਿਹੜਾ ਸਾਰੀਆਂ ਵਿਪਤਾਵਾਂ ਵਿੱਚ ਰਾਖੀ ਕਰਦਾ ਹੈ। ਸਤਨਾਮ ਵਾਹਿਗੁਰੂ 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 ਵਾਹਿਗੁਰੂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਨੇ ਸਾਨੂੰ ਮੌਜੂਦਾ ਰੂਪ ਬਖਸ਼ਿਆ ਹੈ, ਲੇਕਿਨ ਇਹਨਾਂ ਨੇ ਵੀ ਨਿਰੰਕਾਰ ਦੀ ਕਥਾ ਕੀਤੀ ਹੈ। ਔਰ ਕਥਾ ਕਰਦਿਆਂ ਕਰਦਿਆਂ ਇਹ ਅੱਖਰ ਸਰਕਾਰ ਨੇ ਕਹੇ ਨੇ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਨ ਸਕੈ ਮਹਿਮਾ ਜ ਤੁਹਾਰੀ। ਹਉ ਨ ਸਕਤ ਕਰ ਸਿਫਤ ਤੁਹਾਰੀ, ਆਪ ਲਹੈ ਪ੍ਰਭ ਕਥਾ ਸੁਧਾਰੀ। ਸਦ ਬਲਿਹਾਰੇ ਸਦ ਬਲਿਹਾਰੀ ਤਿਨਾ, ਜੇ ਸੁਣਤੇ ਹਰ ਕਥਾ। ਸਾਹਿਬ ਬਾਬਾ ਬੁੱਢਾ ਬੜੀ ਲੰਬੀ ਉਮਰ ਦੇ ਮਾਲਕ ਹੋਏ ਨੇ ਤੇ ਗੁਰਮਤਿ ਦੇ ਦਾਇਰੇ ਵਿੱਚ ਇੱਕ ਖਸਖਸ ਦੇ ਦਾਣੇ ਜਿੰਨਾ ਵੀ ਬਾਹਰ ਹੋ ਕੇ ਨਹੀਂ ਵੇਖਿਆ। ਇਹ ਜਿਹੜਾ ਧਰਮ ਅੱਖਰ ਹੈ, ਇਹ ਤਿੰਨੇ ਮੁਕਤੇ ਨੇ, ਔਰ ਜਿਹੜਾ ਧਰਮ ਕਮਾਵੇਗਾ ਉਹ ਧਰਮੀ ਹੋਵੇਗਾ। ਜੇ ਪਾਪ ਦੇ ਅੱਗੇ ਪਾਪੀ ਆ ਗਿਆ, ਫਿਰ ਧਰਮ ਦੇ ਅੱਗੇ ਵੀ ਤੇ ਧਰਮੀ ਹੋਣਾ ਚਾਹੀਦਾ ਹੈ। ਭਾਈ ਸਾਹਿਬ ਨੇ ਆਪਣੀਆਂ ਵਾਰਾਂ ਵਿੱਚ ਪੰਜਾਬੀ ਜ਼ਬਾਨ ਵਿੱਚ ਬਚਨ ਲਿਖਿਆ ਹੈ, ਧਨ ਧਰਤੀ ਵਿੱਚ ਦੱਬੀ ਹੈ ਮਸਤਕ ਪ੍ਰਵਾਨ ਹੈ। ਭਾਈ ਗੁਰਦਾਸ ਜੀ। ਇਸ ਦੇ ਅਰਥ ਹਨ ਕਿ ਧਨ ਭਾਵੇਂ ਧਰਤੀ ਵਿੱਚ ਹੀ ਕਿਉਂ ਨਾ ਦੱਬਿਆ ਹੋਵੇ, ਲੇਕਿਨ ਜਿਸ ਦੇ ਕੋਲ ਹੋਵੇ ਉਸ ਦੇ ਮੱਥੇ 'ਚ ਲਾਲੀਆਂ ਨਿਕਲਦੀਆਂ ਨੇ। ਮਾਨ ਸਿੰਘ ਜੀ ਕਹਿੰਦੇ, ਮੇਰੇ ਪਿੰਡ ਵਿੱਚ ਤਾਬਾ ਨਾਮ ਦਾ ਮੁਸਲਮਾਨ ਹੁੰਦਾ ਸੀ, ਔਰ ਉਸ ਦੇ 5 ਪੁੱਤਰ ਸਨ। ਉਸ ਨੇ ਆਪਣੀਆਂ ਮੱਝਾਂ ਰੱਖੀਆਂ ਹੋਈਆਂ ਸਨ ਤੇ ਉਸ ਵਿੱਚੋਂ ਹੀ ਘਿਓ ਦੁੱਧ ਵੇਚਦਾ ਸੀ, ਔਰ ਉਸੇ ਵਿੱਚੋਂ ਉਸੇ ਨੇ 400 ਰੁਪਏ ਵੱਟ ਕੇ ਇੱਕ ਮਿੱਟੀ ਦੇ ਭਾਂਡੇ ਵਿੱਚ ਪਾ ਕੇ ਉੱਪਰ ਢੱਕਣ ਰੱਖ ਦਿੱਤਾ ਸੀ। ਔਰ ਜਦੋਂ ਕਦੇ ਕਿਤੇ ਭਲੇ ਮਾਨਸਾ ਵਿੱਚ ਬੈਠਣਾ ਤੇ ਕਹਿਣਾ, ਉਹ ਕਿਹੜਾ ਜੱਟ ਹੈ ਜਿਸ ਕੋਲ 400 ਰੁਪਏ ਹੀ ਨਾ ਹੋਣ। ਉਹ ਖਸਮ ਖਾਣਾ ਰੁਪਇਆ ਗੱਲਾਂ ਵਿੱਚੋਂ ਹੀ ਜ਼ਾਹਿਰ ਹੋਈ ਜਾਵੇ। ਉਸ ਦੇ ਸਭ ਤੋਂ ਛੋਟੇ ਮੁੰਡੇ ਦਾ ਨਾਮ ਸੀ ਆਮੀਰ ਅਲੀ। ਇੱਕ ਦਿਨ ਸਾਰੇ ਮੁੰਡਿਆਂ ਰਲ ਕੇ ਅਮੀਰ ਅਲੀ ਨੂੰ ਕਿਹਾ ਕਿ ਕੀ ਗੱਲ ਹੈ, ਜਦ ਵੀ ਤੇਰਾ ਪਿਓ ਕਹਿੰਦਾ ਹੈ 400 ਰੁਪਇਆਂ ਦਾ ਹੀ ਜ਼ਿਕਰ ਕਰਦਾ ਹੈ, ਕਦੇ 500 ਨਹੀਂ ਕਹੇ, ਕਦੇ 300 ਨਹੀਂ ਕਹੇ, ਆਖਿਰ ਗੱਲ ਕੀ ਹੈ? ਤਾਂ ਪੁੱਤਰ ਨੇ ਕਿਹਾ ਕਿ ਗੱਲ ਅਸਲ ਵਿੱਚ ਇਹ ਹੈ ਕਿ ਦੁੱਧ ਘਿਓ ਵੇਚ ਕੇ ਇਸ ਨੇ 400 ਰੁਪਇਆ ਇਕੱਠਾ ਕੀਤਾ ਹੈ ਤੇ ਉਸ ਨੂੰ ਅੰਦਰ ਮਿੱਟੀ ਦੇ ਭਾਂਡੇ ਵਿੱਚ ਰੱਖਿਆ ਹੈ। ਔਰ ਸਾਡੇ ਪਿੰਡ ਦਾ ਵੱਡਾ ਚੌਧਰੀ ਸੀ ਹਾਕਮ ਅਲੀ। ਅਸੀਂ ਸਾਰਿਆਂ ਉਸ ਨਾਲ ਗੱਲ ਕੀਤੀ ਤੇ ਉਸ ਨੇ ਇਹ ਸਲਾਹ ਦਿੱਤੀ ਕਿ ਕਿਸੇ ਤਰ੍ਹਾਂ ਤੁਸੀਂ ਰੁਪਇਆ ਖਿਸਕਾ ਲਓ, ਔਰ ਅਸੀਂ ਆਮੀਰ ਅਲੀ ਦੇ ਰਾਹੀਂ ਰੁਪਇਆ ਖਿਸਕਾ ਲਿਆ।
ਔਰ ਜਦੋਂ ਅਗਲੇ ਦਿਨ ਆਇਆ ਤੇ ਬੋਹੜ ਦੀ ਛਾਂ ਹੇਠਾਂ ਆ ਬੈਠਾ। ਉੱਥੇ ਨਾ ਕਿਸੇ ਨਾਲ ਗੱਲ ਕਰੇ, ਨਾ ਪੀਵੇ, ਨਾ ਹੀ ਹੁੱਕਾ ਫੜੇ। ਇਹ ਸਭ ਵੇਖ ਕੇ ਚੌਧਰੀ ਹਾਕਮ ਅਲੀ ਨੇ ਪੁੱਛਿਆ ਕਿ ਕੀ ਗੱਲ ਹੈ, ਅੱਜ ਕੁਝ ਬੋਲਦਾ ਕਿਉਂ ਨਹੀਂ? ਕਹਿਣ ਲੱਗਾ, ਜੀ ਕੋਈ ਗੱਲ ਨਹੀਂ, ਘਰ ਵਿੱਚ 100 ਗੱਲਾਂ ਹੁੰਦੀਆਂ ਨੇ। ਪਰ ਹਾਕਮ ਅਲੀ ਨੇ ਕਿਹਾ ਕਿ ਤੂੰ ਗੱਲ ਤੇ ਦੱਸ, ਹੋਇਆ ਕੀ? ਨਹੀਂ ਤੇ ਵੱਖਰਾ ਹੋ ਕੇ ਤੂੰ ਮੈਨੂੰ ਦੱਸ ਦੇ। ਕਹਿੰਦਾ, ਰੁਪਇਆ 400 ਕਮਾਇਆ ਸੀ ਤੇ ਪਤਾ ਨਹੀਂ ਕੌਣ ਕੱਢ ਕੇ ਲੈ ਗਿਆ। ਔਰ ਹਾਕਮ ਅਲੀ ਕਹਿਣ ਲੱਗਾ ਮੁੰਡਿਆਂ ਨੂੰ ਕਿ ਰੁਪਇਆ ਇਸ ਨੂੰ ਦੇ ਦਿਓ, ਨਹੀਂ ਤਾਂ ਇਸ ਨੇ ਮਰ ਜਾਣਾ ਹੈ। ਇਹ ਨਾ ਹੋਵੇ ਕਿ ਸਾਨੂੰ ਕਫਨ ਲਿਆਉਣੇ ਪੈਣ। ਇਸ ਲਈ ਗੱਲਾਂ ਤੋਂ ਹੀ ਜ਼ਾਹਰ ਹੋ ਜਾਂਦਾ ਹੈ ਕਿ ਕੌਣ ਰੁੜਿਆ ਹੋਇਆ ਹੈ। ਭਾਈ ਸਾਹਿਬ ਕਹਿੰਦੇ ਨੇ, ਧਨ ਧਰਤੀ ਵਿੱਚ ਦੱਬੀ ਹੈ, ਮਸਤਕ ਪ੍ਰਵਾਨ ਹੈ। ਇਹਨਾਂ ਪੰਕਤੀਆਂ ਦੇ ਅਰਥ ਇਸ ਤਰ੍ਹਾਂ ਹਨ ਕਿ ਜਦੋਂ ਮਾਤਾ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਚੁਰਾਹੇ ਵਿੱਚ ਤੇ ਨਹੀਂ ਨਾ ਜਨਮ ਦਿੰਦੀ, ਅੰਦਰ ਪਰਦੇ ਵਿੱਚ ਹੀ ਜਨਮ ਦਿੰਦੀਆਂ ਹਨ। ਕਈ ਗੱਲਾਂ ਐਸੀਆਂ ਹਨ ਜਿਹੜੀਆਂ ਪੂਰੀ ਉਮਰ ਨਹੀਂ ਭੁੱਲਦੀਆਂ ਹਨ। ਦੱਸਿਆ ਜਾਂਦਾ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਮਹੰਤਾਂ ਨੇ ਇੱਕ ਕਾਨੂੰਨ ਬਣਾਇਆ ਹੋਇਆ ਸੀ ਕਿ ਜਨਾਨੀ ਤਖਤ ਉੱਪਰ ਨਹੀਂ ਚੜ੍ਹ ਸਕਦੀ। ਉੱਥੇ ਬਾਬਾ ਕਰਤਾਰ ਸਿੰਘ ਜੀ ਗਏ ਤੇ ਨਾਲ ਉਹਨਾਂ ਦੀ ਵੱਡੀ ਲੜਕੀ ਬੀਬਾ ਜੀ ਵੀ ਗਏ। ਉਹ ਚੜ੍ਹਨ ਲੱਗੀ ਤਖਤ ਉੱਪਰ, ਲੇਕਿਨ ਪੁਜਾਰੀਆਂ ਰੋਕ ਦਿੱਤਾ ਕਿ ਨਹੀਂ ਚੜ੍ਹ ਸਕਦੇ। ਉਹ ਦੂਜਾ ਕਹਿਣ ਲੱਗਾ ਕਿ ਬੇਦੀ ਜੀ ਦੀ ਕੁੜੀ ਹੈ, ਲੇਕਿਨ ਕਿਹਾ ਗਿਆ ਕਿ ਨਹੀਂ ਚੜ੍ਹ ਸਕਦੇ। ਉਹ ਕੁੜੀ ਉੱਥੇ ਠਰਮੇ ਨਾਲ ਖਲੋ ਗਈ ਤੇ ਕਹਿਣ ਲੱਗੀ, ਮੰਤਰੀ ਮਹਾਰਾਜ, ਤੁਹਾਡਾ ਹੁਕਮ ਸਿਰ ਮੱਥੇ 'ਤੇ, ਅਸੀਂ ਤਾਂ ਸਿਰਫ ਯਾਤਰਾ ਕਰਨ ਆਏ ਹਾਂ। ਲੜਕੀ ਕਹਿਣ ਲੱਗੀ ਕਿ ਮੈਂ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ, ਜੇਕਰ ਤੁਸੀਂ ਉਸ ਦਾ ਜਵਾਬ ਦਿਓ। ਤਾਂ ਮੰਤਰੀ ਨੇ ਬੜੇ ਹੰਕਾਰ ਨਾਲ ਕਿਹਾ ਕਿ ਪੁੱਛ। ਕਹਿਣ ਲੱਗੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਹੋਇਆ ਤਾਂ ਮਾਤਾ ਗੁਜਰੀ ਕੋਲੋਂ ਦਾੜੀਆਂ ਵਾਲੇ ਤੁਸੀਂ ਸੋ ਤੇ ਟੁੰਡਿਆਂ ਵਾਲੇ ਅਸੀਂ ਸਾਂ। ਮਾਂ ਗੁਜਰੀ ਨੇ ਉਦੋਂ ਤੁਸੀਂ ਸੰਭਾਲਿਆ ਜਾਂ ਅਸੀਂ? ਇਸ ਦਾ ਮੰਤਰੀ ਕੋਲ ਕੋਈ ਵੀ ਜਵਾਬ ਨਾ ਹੋਇਆ। ਜਿਸ ਵੇਲੇ ਉਸ ਕੋਲ ਕੋਈ ਜਵਾਬ ਨਾ ਹੋਇਆ ਤਾਂ ਕੁੜੀ ਕਹਿਣ ਲੱਗੀ ਕਿ ਜੰਮਣ ਵੇਲੇ ਤੇ ਮਰਨ ਵੇਲੇ ਦੀਆਂ ਸੰਭਾਲਣ ਵਾਲੀਆਂ ਅਸੀਂ, ਔਰ ਆਪਣੇ ਬਾਪੂ ਦੇ ਤਖਤ 'ਤੇ ਚੜ੍ਹਨ ਦੀ ਸਾਨੂੰ ਕੋਈ ਆਗਿਆ ਨਾ ਹੋਵੇ। ਉਸ ਦਿਨ ਤੋਂ ਮਹੰਤਾਂ ਨੇ ਤਖਤ ਉੱਤੇ ਜਨਾਨੀ ਚੜ੍ਹਨ ਦਿੱਤੀ ਨਹੀਂ, ਚੜ੍ਹਨ ਨਹੀਂ ਸੀ ਦੇਣੀ। ਪੁੱਤ ਜਣੈ ਵੜ ਕੋਠੜੀ। ਮਾਂ ਜਿਸ ਵੇਲੇ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਪਰਦੇ ਵਿੱਚ ਦਿੰਦੀ ਹੈ, ਚੌਰਸਤੇ ਵਿੱਚ ਨਹੀਂ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਬਾਹਰ ਜਗ ਜਾਣਾ। ਮਿੰਟ ਨਹੀਂ ਲੱਗਦਾ ਕਿ ਕਾਕਾ ਜਨਮ ਲੈ ਲੈਂਦਾ ਹੈ ਤੇ ਵਧਾਈਆਂ ਦੇਣ ਵਾਲੇ ਆ ਕੇ ਭੰਗੜਾ ਪਾਉਂਦੇ ਹਨ। ਜਿਸ ਤਰ੍ਹਾਂ ਕਾਕੇ ਦਾ ਜਨਮ ਲੈਣਾ ਛੁਪਿਆ ਨਹੀਂ ਰਹਿ ਸਕਦਾ, ਜਿਵੇਂ ਧਨ ਦਾ ਕੋਲ ਹੋਣਾ ਛੁਪਿਆ ਨਹੀਂ ਰਹਿ ਸਕਦਾ, ਇਸੇ ਤਰ੍ਹਾਂ ਪਿਆਰਿਓ, ਜਿਹੜੇ ਇਨਸਾਨ ਦੇ ਕਰਮ ਨੇ ਉਹ ਵੀ ਛੁਪੇ ਨਹੀਂ ਰਹਿ ਸਕਦੇ। ਬਾਬੇ ਬੁੱਢੇ ਦੇ ਕਰਮ ਵੀ 4 ਕੁੰਟਾਂ ਵਿੱਚ ਮਸ਼ਹੂਰ ਸਨ। ਇੱਕ ਤਪੀਸ਼ਵਰ ਆਇਆ, ਅਰਥਾਤ ਬੜਾ ਵੱਡਾ ਤਪੀਆ। ਬੜੀ ਘਾਲਣਾ ਉਸਨੇ ਘਾਲੀ ਹੋਈ। ਆ ਕੇ ਬਾਬੇ ਬੁੱਢੇ ਜੀ ਦੀ ਬੀੜ ਵਿੱਚ ਦਰਸ਼ਨ ਕਰਕੇ ਬੈਠ ਗਿਆ, ਲੇਕਿਨ ਇਹ ਨਹੀਂ ਦੱਸਿਆ ਕਿ ਉਸਨੇ ਕਿ ਮੈਂ ਕਿੱਥੋਂ ਆਇਆ ਹਾਂ ਤੇ ਕਿਸ ਵਾਸਤੇ ਆਇਆ ਹਾਂ। ਇਹ ਹੈ ਖੋਜ ਬਿਰਤੀ। ਮੈਂ ਉਸ ਦੀ ਇਹ ਜੁਗਤੀ ਵੇਖੀ ਕਿ ਉਸਨੇ ਜਿਸ ਵੇਲੇ ਗੁਰਦੁਆਰੇ ਜਾਣਾ, ਉਸਨੇ ਇਹ ਵੇਖਣਾ ਕਿ ਗ੍ਰੰਥੀ ਕਿਸ ਤਰ੍ਹਾਂ ਦਾ ਹੈ। ਫਿਰ ਉਸ ਦੇ ਅੱਗੇ ਹੱਥ ਜੋੜਨੇ ਤੇ ਬੇਨਤੀ ਕਰਨੀ ਕਿ ਗ੍ਰੰਥੀ ਸਾਹਿਬ ਜੀ, ਕਿ ਦਾਸ 25 ਪੱਤਰੇ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦਾ ਹੈ। ਇਹ ਦਾਸ ਦਾ ਨਿਤਨੇਮ ਹੈ, ਔਰ ਅਗਰ ਤੁਸੀਂ ਕੋਈ ਪਾਠ ਰੱਖਿਆ ਹੈ ਤਾਂ ਮੈਨੂੰ ਦੱਸ ਦਿਓ, ਮੈਂ ਪਾਠ ਕਰ ਲਵਾਂਗਾ।
ਇਸ ਤਰ੍ਹਾਂ ਨਾਲ ਮੇਰਾ ਨਿਤਨੇਮ ਹੋ ਜਾਵੇਗਾ ਤੇ ਤੁਹਾਡੇ 25 ਪੰਨੇ ਹੋ ਜਾਣਗੇ। ਇਹ ਸੁਣ ਕੇ ਗ੍ਰੰਥੀ ਸਾਹਿਬ ਜੀ ਖੁਸ਼ ਹੋ ਗਏ ਕਿ ਵਾਹ ਵਾਹ, ਇਹ ਤਾਂ ਆਪਣੇ ਆਪ ਪਾਠ ਹੋ ਜਾਣਾ ਹੈ। ਫਿਰ ਜਿਹੜੀ ਚਾਹ ਉਸ ਦਾਸ ਨੇ ਮੰਗ ਕੇ ਪੀਣੀ ਹੁੰਦੀ ਸੀ, ਗ੍ਰੰਥੀ ਜੀ ਉਸ ਦੇ ਕਹਿਣ ਤੋਂ ਪਹਿਲਾਂ ਹੀ ਲੈ ਆਉਂਦੇ ਸਨ। ਜੁਗਤੀ ਬਿਨਾਂ ਮੁਕਤੀ ਨਹੀਂ ਮਿਲ ਸਕਦੀ। ਔਰ ਇਹ ਉਸ ਤਪੀਏ ਦੀ ਵੀ ਜੁਗਤੀ ਸੀ ਕਿ ਜਿਸ ਨੇ ਆ ਕੇ ਦੱਸਿਆ ਨਹੀਂ ਕਿ ਮੈਂ ਕੌਣ ਹਾਂ। ਡੇਰੇ ਦੇ ਅਨੁਸਾਰ ਜਿਹੜੀ ਸੇਵਾ ਹੁੰਦੀ ਸੀ ਉਹ ਕਰਦਾ ਸੀ। ਔਰ 8 ਦਿਨ ਉੱਥੇ ਬੈਠਾ ਰਿਹਾ ਉਹ ਤਪੀਸ਼ਵਰ। ਫਿਰ ਉਸਨੇ 8 ਦਿਨਾਂ ਬਾਅਦ ਗਲ ਵਿੱਚ ਪੱਲਾ ਪਾ ਕੇ ਬਾਬੇ ਬੁੱਢੇ ਅੱਗੇ ਹੱਥ ਜੋੜੇ ਤੇ ਕਿਹਾ ਕਿ ਮੈਂ ਸੁਣ ਕੇ ਆਇਆ ਹਾਂ, ਤੁਹਾਡੀ ਚਰਚਾ ਸੁਣ ਕੇ ਆਇਆ ਹਾਂ ਤੇ ਤੁਹਾਡੀ ਸੁਗੰਧੀ ਮੇਰੇ ਤੱਕ ਪਹੁੰਚੀ ਜੋ ਕਿ ਮੈਨੂੰ ਇੱਥੇ ਖਿੱਚ ਕੇ ਲੈ ਆਈ। ਔਰ 8 ਦਿਨ ਹੋ ਗਏ ਮੈਨੂੰ ਤੁਹਾਡੀ ਘਾਲਣਾ ਵੇਖਦਿਆਂ। ਜਿਹੋ ਜਿਹਾ ਸੁਣਿਆ ਸੀ ਉਸ ਤੋਂ ਦੋਹਰਾ ਹੀ ਪਾਇਆ। ਇਸ ਲਈ ਅੱਜ ਮੈਂ ਵੀ ਤਰਲਾ ਲੈਂਦਾ ਹਾਂ ਕਿ ਬਾਬਾ ਜੀ, ਭਟਕਦਿਆਂ ਭਟਕਦਿਆਂ ਜ਼ਿੰਦਗੀ ਮੁੱਕਦੀ ਜਾਂਦੀ ਹੈ ਤੇ ਮੈਂ ਘਾਲਣਾ ਵੀ ਬੜੀ ਘਾਲੀ ਹੈ, ਪਰ ਅਜੇ ਤੱਕ ਝੋਲੀ ਖਾਲੀ ਹੈ। ਅਜੇ ਤੱਕ ਮੈਨੂੰ ਕੁਝ ਹਾਸਲ ਨਹੀਂ ਹੋਇਆ। ਮੈਂ ਬੇਨਤੀ ਕਰਦਾ ਹਾਂ ਕਿ ਨਾਮ ਦਾ ਕਿਣਕਾ ਮੇਰੀ ਝੋਲੀ ਵਿੱਚ ਵੀ ਬਖਸ਼ੋ। ਦਾਸ ਦੀ ਝੋਲੀ ਵਿੱਚ ਵੀ ਨਾਮ ਦੀ ਦਾਤ ਪਾਵੋ। ਤੁਹਾਡੇ ਉੱਤੇ ਤਾਂ ਬੜੀ ਕਿਰਪਾ ਹੈ। ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਜੀ ਦੀ ਬੜੀ ਘਾਲਣਾ ਕੀਤੀ ਹੈ ਤੁਸੀਂ, ਜੋ ਕਿ ਹਰ ਵਕਤ ਪ੍ਰਸੰਨ ਰਹਿੰਦੇ ਹੋ। ਬਾਬਾ ਕੁਝ ਦਾਨ ਕਰ, ਜ਼ਿੰਦਗੀ ਮੁੱਕਦੀ ਜਾ ਰਹੀ ਹੈ, ਲੇਕਿਨ ਮੈਨੂੰ ਕੁਝ ਲੱਭਾ ਨਹੀਂ। ਔਰ ਉਸ ਤਪੀਏ ਦੀਆਂ ਗੱਲਾਂ ਸੁਣ ਕੇ ਬਾਬਾ ਜੀ ਬੜੇ ਪ੍ਰਸੰਨ ਹੋਏ ਔਰ ਉਹਨਾਂ ਦੇ ਉਸ ਤਪੀਏ ਅੱਗੇ ਹੱਥ ਜੁੜ ਗਏ ਤੇ ਕਹਿਣ ਲੱਗੇ, ਤਪੀਆ ਤੂੰ ਬੜਾ ਧਨ ਹੈ, ਜਿਸ ਨੂੰ ਆਪਣੇ ਤਪ ਦਾ ਕੋਈ ਘਮੰਡ ਨਹੀਂ। ਤੂੰ ਬਹੁਤ ਧਨ ਹੈ ਕਿ ਤੈਨੂੰ ਕਿਤੇ ਜਾ ਕੇ ਰਹਿਣ ਦੀ ਬੜੀ ਮਰਿਆਦਾ ਆਉਂਦੀ ਹੈ। ਮੈਂ ਵੀ 8 ਦਿਨ ਤੈਨੂੰ ਵੇਖਦਾ ਰਿਹਾ ਹਾਂ। ਬੜਾ ਘੱਟ ਤੇਰਾ ਖਾਣਾ ਹੈ, ਬੜੀ ਘੱਟ ਤੇਰੀ ਨਿੰਦਰਾ ਹੈ, ਲੇਕਿਨ ਜਿਹੜੀ ਤੂੰ ਨਾਮ ਦੀ ਗੱਲ ਕੀਤੀ ਹੈ ਨਾ, ਉਹ ਨਾਮ ਤਾਂ ਮੇਰੇ ਕੋਲ ਹੈ, ਲੇਕਿਨ ਨਾਮ ਦਾ ਦਾਤਾ ਮੈਂ ਨਹੀਂ ਹਾਂ। ਮੈਨੂੰ ਤਾਂ ਵੰਡਣ ਦਾ ਕੋਈ ਪਤਾ ਨਹੀਂ, ਬਲਕਿ ਮੈਂ ਤਾਂ ਕਿਸੇ ਦਾ ਭਿਖਾਰੀ ਹਾਂ, ਕਿਸੇ ਦੀ ਭਿਖਿਆ ਦਾ ਤਲਬਗਾਰ ਮੈਂ 24 ਘੰਟੇ ਰਹਿੰਦਾ ਹਾਂ। ਇਸ ਲਈ ਮੈਂ ਤੈਨੂੰ ਉਸ ਦਾਤੇ ਕੋਲ ਲੈ ਚਲਦਾ ਹਾਂ, ਲੇਕਿਨ ਉਹ ਦਾਤਾ ਸ੍ਰੀ ਅੰਮ੍ਰਿਤਸਰ ਸਾਹਿਬ ਬਿਰਾਜਦੇ ਨੇ ਔਰ ਨਾਮ ਦੀ ਦਾਤ ਤੈਨੂੰ ਉਹੀ ਬਖਸ਼ ਸਕਦੇ ਨੇ, ਕਿਉਂਕਿ ਮੈਂ ਇਸ ਦੇ ਸਮਰੱਥ ਨਹੀਂ ਹਾਂ। ਜੇ ਆਪਣੀ ਦੁਕਾਨ ਚਲਾਉਣੀ ਹੁੰਦੀ ਬਾਬੇ ਬੁੱਢੇ ਨੇ ਤਾਂ ਚਲਾ ਸਕਦੇ ਸਨ। ਜੇ ਆਪਣੀ ਦੁਕਾਨ ਚਲਾਉਣੀ ਹੁੰਦੀ ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਜੀ ਤਾਂ ਚਲਾ ਸਕਦੇ ਸਨ, ਲੇਕਿਨ ਉਹਨਾਂ ਇਸ ਤਰ੍ਹਾਂ ਨਹੀਂ ਕੀਤਾ, ਕਿਉਂਕਿ ਨਾਮ ਰਸੀਏ ਦੇ ਨਾਲ ਨਾਲ ਉਹ ਗੁਰਮਤੀਏ ਵੀ ਸਨ। ਆਪਣੇ ਆਪਣੇ ਇਲਾਕਿਆਂ ਵਿੱਚ ਵਿਚਾਰ ਕਰਦੇ ਸਨ ਤੇ ਜਿਹੜੇ ਜਗਿਆਸੂ ਤਿਆਰ ਹੋ ਜਾਂਦੇ ਸਨ ਸਿੱਖੀ ਧਾਰਨ ਵਾਸਤੇ, ਉਹਨਾਂ ਦਾ ਫਿਰ ਵਰੇ ਦੇ ਵਰੇ ਜੱਥਾ ਬਣਾ ਕੇ ਤੇ ਗੁਰੂ ਨਾਲ ਮਿਲਾਪ ਕਰਵਾਉਂਦੇ ਸਨ। ਫਿਰ ਉਹਨਾਂ ਨੂੰ ਚਰਨ ਪਾਹੁਲ ਦੇ ਕੇ ਗੁਰੂ ਆਪਣਾ ਬਣਾਉਂਦਾ ਸੀ, ਲੇਕਿਨ ਮਸੰਦਾਂ ਨੂੰ ਇਹ ਹੁਕਮ ਨਹੀਂ ਸੀ।
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਤੁਰ ਪਏ ਬਾਬਾ ਬੁੱਢਾ ਜੀ ਤੇ ਉਹ ਵੀ ਤਪੀਆ ਵੀ। ਆਉਂਦੇ ਆਉਂਦੇ ਸ੍ਰੀ ਅੰਮ੍ਰਿਤਸਰ ਸਾਹਿਬ ਉਹਨਾਂ ਨੂੰ ਦੇਰ ਹੋ ਗਈ ਤੇ ਗੁਰੂ ਜੀ ਨੇ ਆਪਣੇ ਲਾਗਲੇ ਦਾ ਹੀ ਕਮਰਾ ਉਹਨਾਂ ਨੂੰ ਰਾਤ ਆਰਾਮ ਕਰਨ ਵਾਸਤੇ ਦੇ ਦਿੱਤਾ ਔਰ ਆਪ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਡਿਊਟੀ ਵਿੱਚ ਰੁੱਝੇ ਰਹੇ। ਸ੍ਰੀਮਾਨ ਸਤਿਕਾਰਯੋਗ ਭਾਈ ਮਨਸਾ ਸਿੰਘ ਜੀ ਹਰਿਮੰਦਰ ਸਾਹਿਬ ਦੇ ਕੀਰਤਨੀ ਹੈ। ਇਹਨਾਂ ਦੇ ਬਾਰੇ ਮੈਂ ਇਤਿਹਾਸ ਪੜ੍ਹਿਆ ਹੈ ਤੇ ਪੜ੍ਹ ਕੇ ਉਂਗਲੀਆਂ ਮੂੰਹ ਵਿੱਚ ਪੈ ਜਾਂਦੀਆਂ ਨੇ। ਪੂਰਨ ਗੁਰਮਤੀਏ ਅਰਥਾਤ ਪੂਰੇ ਸਿੱਖ ਤੇ ਰਹਿਤ ਬਹਿਤ ਵਿੱਚ ਵੀ ਪੂਰਨ। ਲੇਕਿਨ ਭਾਈ ਸਾਹਿਬ ਦੇ ਘਰ ਲੋਹੇ ਦਾ ਤਵਾ ਹੈ ਨਹੀਂ ਸੀ। ਇੱਕ ਭੱਜਾ ਹੋਇਆ ਠੀਕਰਾ ਰੱਖਿਆ ਹੋਇਆ ਸੀ, ਭਾਵ ਕਿ ਕੋਈ ਟੁੱਟਾ ਹੋਇਆ ਭਾਂਡਾ। ਉਸ ਨੂੰ ਹੀ ਤਵੇ 'ਤੇ ਪੁੱਠਾ ਮਾਰ ਲੈਂਦੇ ਸਨ ਤੇ ਅੱਗ ਬਾਲ ਲੈਂਦੇ ਸਨ। ਉਸ ਉੱਪਰ ਹੀ ਉਹ ਰੋਟੀ ਬਣਾ ਲੈਂਦੇ ਸਨ। ਜੇਕਰ ਦਾਲ ਸਬਜ਼ੀ ਮਿਲ ਜਾਏ ਤਾਂ ਠੀਕ ਹੈ, ਨਹੀਂ ਤਾਂ ਲੂਣ ਨਾਲ ਹੀ ਰੋਟੀ ਖਾ ਲੈਂਦੇ ਸਨ। ਪਰ ਹਰਿਮੰਦਰ ਸਾਹਿਬ ਰੋਜ਼ ਕੀਰਤਨ ਜ਼ਰੂਰ ਕਰਦੇ ਸਨ। ਔਰ ਜਦ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਭਾਈ ਸਾਹਿਬ ਜੀ ਗਰੀਬ ਹਨ, ਇੱਥੋਂ ਤੱਕ ਕਿ ਉਹਨਾਂ ਦੇ ਘਰ ਤਵਾ ਵੀ ਹੈ ਨਹੀਂ, ਤਾਂ ਉਹ ਥੈਲੀ ਭਰ ਨਾਲ ਸੇਵਕ ਲੈ ਕੇ ਚੱਲੇ ਗਏ ਤਾਂ ਕਿ ਉਸ ਦੀ ਗਰੀਬੀ ਦੂਰ ਹੋ ਜਾਵੇ। ਔਰ ਜਦੋਂ ਮਨਸਾ ਸਿੰਘ ਨੂੰ ਪਤਾ ਲੱਗਾ ਕਿ ਅੱਜ ਰਣਜੀਤ ਸਿੰਘ ਸਾਹਿਬ ਨੇ ਆਉਣਾ ਹੈ, ਉਹ ਆਪਣੀ ਕੋਠੜੀ ਨੂੰ ਤਾਲਾ ਲਾ ਕੇ ਚਲੇ ਗਏ। ਇੱਥੋਂ ਤੱਕ ਕਿ ਉਹਨਾਂ ਦੇ ਦਰਸ਼ਨ ਤੱਕ ਵੀ ਨਹੀਂ ਕੀਤੇ, ਉਹਨਾਂ ਨਾਲ ਮੱਥੇ ਤੱਕ ਨਹੀਂ ਲੱਗੇ ਔਰ ਕਹਿੰਦੇ ਜੇਕਰ ਇਸ ਜਾਲ ਵਿੱਚ ਫਸ ਗਏ ਨਾ, ਫਿਰ ਕੀਰਤਨ ਨਹੀਂ ਹੋਣਾ। ਫਿਰ ਮੈਂ ਉਹਨਾਂ ਦਾ ਜ਼ਿਕਰ ਕਰ ਰਿਹਾ ਹਾਂ ਜਿਨ੍ਹਾਂ ਨੇ ਘਾਲਣਾ ਘਾਲੀਆਂ ਨੇ। ਫਿਰ ਉਹਨਾਂ ਦੀ ਸੁਗੰਧੀ ਚਾਰ ਚੁਫੇਰੇ ਫੈਲ ਜਾਂਦੀ ਹੈ। ਫਿਰ ਹਰਿਮੰਦਰ ਸਾਹਿਬ ਦੀ ਡਿਊਟੀ ਤੋਂ ਸਰਕਾਰ ਵੀ ਵਿਹਲੇ ਹੋ ਕੇ ਆ ਗਏ ਆਪਣੇ ਕਮਰੇ ਵਿੱਚ। ਔਰ ਦੂਜੇ ਪਾਸੇ ਬਾਬਾ ਬੁੱਢਾ ਜੀ ਤੇ ਉਹ ਤਪੀਆ ਰਾਤ ਭਰ ਰੱਬ ਦੀਆਂ ਗੱਲਾਂ ਕਰਦੇ ਰਹੇ। ਉਹਨਾਂ ਦੀ ਆਵਾਜ਼ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਕੰਨਾਂ ਤੱਕ ਪਹੁੰਚਦੀ ਰਹੀ। ਔਰ ਜੋ ਬਚਨ ਉਹ ਬੋਲਦੇ ਰਹੇ, ਸਾਹਿਬਾਂ ਨੇ ਉਹ ਬਚਨ ਬਾਣੀ ਦੇ ਰੰਗ ਵਿੱਚ ਰੰਗ ਕੇ ਕਲਯੁਗੀ ਜੀਵਾਂ ਵਾਸਤੇ ਸਦੀਵੀ ਉਪਦੇਸ਼ ਬਣਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਕਰ ਦਿੱਤਾ। ਇਹ ਜੋ ਵਾਰਤਾਲਾਪ ਕਰਦੇ ਰਹੇ, ਜਿਸ ਦਾ ਰੂਪ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ, ਉਹ ਮੈਂ ਪੜ੍ਹ ਕੇ ਸੁਣਾਉਂਦਾ ਹਾਂ। ਉਹ ਘਾਲੀ ਕਹਿਣ ਲੱਗਾ, ਬਾਬਾ ਬੁੱਢਾ ਜੀ, ਅੰਮ੍ਰਿਤ ਨਾਮ ਨਾਲ ਭਰਪੂਰ ਹੋਏ ਬਾਬਾ ਬੁੱਢਾ ਜੀ, ਮੋਹ ਮਲਨ ਨੀਂਦ ਤੇ ਛੁਟਕੀ। ਅੰਗ 383। ਇਸ ਪੰਕਤੀ ਦੇ ਅਰਥ ਹਨ ਕਿ ਬਾਬਾ ਬੁੱਢਾ ਜੀ, ਜਿਹੜੀ ਮੋਹ ਦੀ ਮੈਲੀ ਨੀਂਦ ਹੈ ਨਾ, ਉਸ ਤੋਂ ਮੇਰਾ ਛੁਟਕਾਰਾ ਹੋ ਗਿਆ। ਨੀਂਦ ਬਾਰੇ ਇੱਕ ਬਚਨ ਪੜਿਆ ਹੈ, ਨੀਂਦ ਕਹੇ ਮੈਂ ਹਰ ਕੀ ਦਾਸੀ, ਇੱਕ ਹੱਥ ਮੁਕਤ ਦੂਜੇ ਹੱਥ ਫਾਂਸੀ। ਭਾਵ ਜਿਹੜਾ ਜਾਗਦਾ ਰਹੇ ਉਹ ਬਚ ਜਾਂਦਾ ਹੈ ਤੇ ਜਿਹੜਾ ਸੁੱਤਾ ਰਹੇ ਉਸ ਦੇ ਗਲ ਮੌਤ ਦੀ ਫਾਂਸੀ ਪੈ ਜਾਂਦੀ ਹੈ। ਨੀਂਦ ਕਹੇ ਮੈਂ ਆਲੀ ਗੋਲੀ, ਸੁਰਜਨ ਮੁਨਜਨ ਪਏ ਮੇਰੀ ਝੋਲੀ। ਨੀਂਦ ਕਹਿੰਦੀ ਹੈ ਇੱਥੋਂ ਤੱਕ ਕਿ ਬੜੇ ਬੜੇ ਪੀਰ ਪੈਗੰਬਰ ਮੇਰੀ ਗੋਦ ਵਿੱਚ ਸੁੱਤੇ ਪਏ ਨੇ ਤੇ ਕੋਈ ਵਿਰਲਾ ਹੀ ਹੈ ਜੋ ਮੇਰੀ ਗੋਦੀ ਵਿੱਚੋਂ ਦੀ ਨਿਕਲ ਜਾਏ। ਨੀਂਦ ਕਹੇ ਮੈਂ ਆਪ ਵਿਗੋਟੀ, ਗੋਰਖ ਜਾਗੈ ਮੈਂ ਪਈ ਸੂਤੀ। ਕਹੇ ਗੋਰਖ ਕੋਈ ਸਾਧੂ ਜਾਗੈ, ਤਾਂ ਕਿ ਨਗਰੀ ਚੋਰ ਨਾ ਲਾਗੈ। ਇਹ ਸੱਚੇ ਪਾਤਸ਼ਾਹ ਦਾ ਹੁਕਮ ਹੈ, ਜਾਗਤ ਰਹੇ ਤਿਨੀ ਪ੍ਰਭ ਪਾਇਆ। ਅੰਗ 599। ਇਹਨਾਂ ਪੰਕਤੀਆਂ ਦੇ ਅਰਥ ਹਨ ਕਿ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੋ ਕੇ ਹੀ ਗੁਜ਼ਾਰ ਦਿੱਤੀ, ਖੁਰਾਟੇ ਮਾਰਦੇ ਹੀ ਗੁਜ਼ਾਰ ਦਿੱਤੀ,
ਇੱਥੋਂ ਤੱਕ ਕਿ ਜ਼ਿੰਦਗੀ ਦੇ ਚੌਹਾਂ ਪਹਿਰਾਂ ਵਿੱਚੋਂ ਕਿਸੇ ਇੱਕ ਪਹਿਰ ਵੀ ਰੱਬ ਦਾ ਨਾਮ ਨਾ ਜਪਿਆ, ਉਹਨਾਂ ਲੋਕਾਂ ਨੂੰ ਫਿਰ ਦੁਖੀਏ ਲਿਖਿਆ ਹੈ, ਆਲਸੀ ਲਿਖਿਆ ਹੈ, ਜੰਮਣ ਮਰਨ ਦੇ ਗੇੜ ਵਿੱਚ ਲਿਖਿਆ ਹੈ। ਮੌਤ ਦੀ ਮੈਲੀ ਨੀਂਦ ਵਿੱਚ ਤਾਂ ਜਹਾਨ ਫਸਿਆ ਹੋਇਆ ਹੈ, ਔਰ ਬਾਬਾ ਤੇਰੇ ਉੱਤੇ ਨੀਂਦ ਦਾ ਕੋਈ ਅਸਰ ਹੀ ਨਹੀਂ। ਇਹ ਤਪੀਆ ਬਾਬਾ ਬੁੱਢਾ ਜੀ ਨੂੰ ਆਖ ਰਿਹਾ ਹੈ। ਮੈਂ ਵੇਖਦਾ ਰਿਹਾ ਹਾਂ ਕਿ ਰਾਤ 11 ਕੁ ਵਜੇ ਨਾਲ ਤੂੰ ਸੌਂਦਾ ਹੈ, ਔਰ 3 ਵਜੇ ਦਿਨੇ ਪ੍ਰਭਾਤੇ ਤੂੰ ਫਿਰ ਉੱਠ ਖਲੋਂਦਾ ਹੈ। ਇਸ਼ਨਾਨ ਪਾਨ ਕਰਕੇ, ਨਿਤਨੇਮ ਕਰਕੇ, ਪੂਰੀ ਆਸਾ ਦੀ ਵਾਰ ਲਾ ਕੇ ਤੇ ਫਿਰ ਤੂੰ ਜੰਗਲ ਵਿੱਚ ਲੱਕੜਾਂ ਇਕੱਠੀਆਂ ਕਰਨ ਚਲਾ ਜਾਂਦਾ ਹੈ। ਫਿਰ ਸਿੱਖਾਂ ਦੇ ਜੂਠੇ ਬਰਤਨ ਵੀ ਤੂੰ ਸਾਫ਼ ਕਰਦਾ ਹੈ। ਬਾਬਾ ਬੁੱਢਾ ਜੀ, ਤੁਹਾਡੇ ਵਿੱਚ ਤਾਂ ਆਲਸ ਹੈ ਹੀ ਨਹੀਂ। ਕੌਣ ਅਨੁਗ੍ਰਹ ਭਇਓ ਰੀ। ਬਾਬਾ ਬੁੱਢਾ ਜੀ ਨੂੰ ਤਪੀਆ ਕਹਿਣ ਲੱਗਾ ਕਿ ਤੁਹਾਡੇ ਉੱਤੇ ਕਿਸ ਦੀ ਕਿਰਪਾ ਹੋਈ, ਤੁਹਾਡੇ ਉੱਤੇ ਕਿਸ ਦੀ ਰਹਿਮਤ ਹੋਈ, ਤੁਹਾਡੇ ਉੱਤੇ ਕਿਸ ਦੀ ਦਇਆ ਹੋਈ, ਔਰ ਕਿਸ ਦੀ ਕਿਰਪਾ ਨਾਲ ਤੁਸੀਂ ਮੋਹ ਦੀ ਮੈਲੀ ਨੀਂਦ ਕੋਲੋਂ ਬਚ ਗਏ ਹੋ। ਮੋਹ ਮਲਨ ਨੀਂਦ ਤੇ ਛੁੱਟ ਗਈ, ਕੌਣ ਅਨੁਗ੍ਰਹ ਭਇਓ ਰੀ। ਮਹਾ ਮੋਹਨੀ ਤੁਧ ਨਾ ਵਿਆਪੈ। ਮੋਹ ਦੀ ਮੈਲੀ ਨੀਂਦ ਕੋਲੋਂ ਤਾਂ ਬੜੇ ਬੜੇ ਰਿਸ਼ੀ ਮੁਨੀ ਨਹੀਂ ਬਚ ਸਕੇ, ਔਰ ਇਸ ਮਾਇਆ ਕੋਲੋਂ ਵੀ ਕੋਈ ਨਹੀਂ ਬਚ ਸਕਿਆ। ਲੇਕਿਨ ਬਾਬਾ ਬੁੱਢਾ ਜੀ, ਤੁਸੀਂ ਤਾਂ ਜਿੰਨੀ ਮਾਇਆ ਗੋਲਕ 'ਤੇ ਚੜ੍ਹਦੀ ਹੈ, ਉਹ ਸਾਰੀ ਦੀ ਸਾਰੀ ਬੋਰੀ ਵਿੱਚ ਪਾ ਕੇ ਤੇ ਉੱਪਰੋਂ ਦੀ ਮੂੰਹ ਬੰਨ੍ਹ ਕੇ ਸ੍ਰੀ ਹਰਿਮੰਦਰ ਸਾਹਿਬ ਭੇਜ ਦਿੰਦੇ ਹੋ, ਔਰ ਆਪਣੇ ਕੋਲ ਇੱਕ ਪੈਸਾ ਵੀ ਨਹੀਂ ਰੱਖਦੇ। ਮਹਾ ਮੋਹਨੀ ਤੁਧ ਨਾ ਵਿਆਪੈ, ਤੇਰਾ ਆਲਸ ਕਹਾਂ ਗਇਓ ਰੀ। ਰਹਾਓ। ਕਾਮ ਕ੍ਰੋਧ ਅਹੰਕਾਰ ਗਾਖਰੋ, ਸੰਜਮ ਕੌਣ ਛੁਟਿਓ ਰੀ। ਇਹਨਾਂ ਪੰਕਤੀਆਂ ਦੇ ਅਰਥ ਇਸ ਤਰ੍ਹਾਂ ਨੇ ਕਿ ਕਾਮ, ਕ੍ਰੋਧ, ਅਹੰਕਾਰ ਬਾਬਾ ਜੀ ਬੜੇ ਕਰੜੇ ਨੇ। ਕਿਹੜੇ ਸੰਜਮ ਨਾਲ, ਕਿਹੜੀ ਜੁਗਤੀ ਨਾਲ, ਕਿਹੜੇ ਤਰੀਕੇ ਨਾਲ ਤੇ ਕਿਹੜੇ ਉਪਾਅ ਨਾਲ ਤੁਹਾਡਾ ਇਹਨਾਂ ਪੰਜਾਂ ਕੋਲੋਂ ਛੁਟਕਾਰਾ ਹੋ ਗਿਆ। ਇਹਨਾਂ ਪੰਜਾਂ ਦਾ ਤੇ ਤੁਹਾਡੇ ਉੱਤੇ ਜ਼ੋਰ ਹੀ ਨਹੀਂ ਚੱਲਦਾ। ਤੁਹਾਡੇ ਉੱਤੇ ਕਿਸੇ ਦੀ ਕਿਰਪਾ ਜ਼ਰੂਰ ਹੈ, ਤੁਹਾਡੇ ਉੱਪਰ ਕਿਸੇ ਦੀ ਦਇਆ ਜ਼ਰੂਰ ਹੈ। ਦੱਸੋ ਮੈਨੂੰ ਵੀ ਬਾਬਾ ਜੀ। ਇਹ ਗੱਲ ਤਪੀਏ ਨੇ ਬਾਬਾ ਬੁੱਢਾ ਜੀ ਨੂੰ ਕਹੀ। ਕਾਮ, ਕ੍ਰੋਧ, ਅਹੰਕਾਰ ਗਾਖਰੋ। ਇਹ ਸਭ ਗੱਲਾਂ ਸੁਣ ਕੇ ਬਾਬਾ ਬੁੱਢਾ ਜੀ ਨੂੰ ਦੱਸਣਾ ਹੀ ਪਿਆ ਕਿ ਇਹ ਸਭ ਦੀ ਕਿਰਪਾ ਮੇਰੇ ਉੱਪਰ ਕਿਸ ਨੇ ਕੀਤੀ ਹੈ। ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਇਹ ਸਭ ਤਾਕਤ ਤੇ ਬਖਸ਼ਿਸ਼ ਉਸ ਨਾਮ ਦੀ ਹੈ ਜੋ ਮੇਰੇ ਉੱਪਰ ਗੁਰੂ ਨੇ ਕੀਤੀ ਹੈ। ਮੋਹ ਮਾਇਆ ਤੋਂ ਛੁਟਕਾਰਾ ਵੀ ਮੈਨੂੰ ਮੇਰੇ ਗੁਰੂ ਨੇ ਕਿਰਪਾ ਕੀਤੀ ਹੈ, ਔਰ ਮੋਹ ਦੀ ਮੈਲੀ ਨੀਂਦ ਤੋਂ ਵੀ ਮੇਰੇ ਗੁਰੂ ਨੇ ਮੈਨੂੰ ਬਚਾਇਆ ਹੈ। ਔਰ ਇਹਨਾਂ ਪੰਜਾਂ ਸ਼ਕਤੀਆਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਵੀ ਮੇਰੇ ਗੁਰੂ ਨੇ ਮੈਨੂੰ ਬਚਾਇਆ ਹੈ। ਇਹ ਸਭ ਰਹਿਮਤ ਉਸ ਗੁਰੂ ਨੇ ਹੀ ਮੇਰੇ 'ਤੇ ਕੀਤੀ ਹੈ, ਔਰ ਉਸ ਗੁਰੂ ਕੋਲ ਹੀ ਮੈਂ ਤੈਨੂੰ ਮਿਲਾਉਣ ਵਾਸਤੇ ਲਿਆਇਆ ਹਾਂ, ਤਾਂ ਕਿ ਨਾਮ ਦੀ ਦਾਤ ਤੇਰੀ ਝੋਲੀ ਵਿੱਚ ਪੈ ਜਾਏ, ਔਰ ਮੋਹ ਦੀ ਮੈਲੀ ਨੀਂਦ ਕੋਲੋਂ ਵੀ ਤੇਰਾ ਛੁਟਕਾਰਾ ਹੋ ਜਾਏ। ਉਹ ਅਪਾਰ ਦਾਤਾ, ਉਹ ਜੋਤ ਹੈ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਕੋਲ ਮੈਂ ਤੇਰੇ ਦਰਸ਼ਨ ਕਰਵਾਉਣ ਵਾਸਤੇ ਲਿਆਇਆ ਹਾਂ। ਉਹਨਾਂ ਦੇ ਦਰਸ਼ਨ ਨਾਲ ਤੈਨੂੰ ਪੰਜਾਂ ਸ਼ਕਤੀਆਂ ਕੋਲੋਂ ਵੀ ਛੁਟਕਾਰਾ ਹੋ ਜਾਏਗਾ, ਔਰ ਉਸ ਦੇ ਬਦਲੇ ਗੁਰੂ ਤੇਰੀ ਝੋਲੀ ਵਿੱਚ ਦਇਆ, ਧਰਮ, ਸੰਤੋਖ, ਜੋ ਕਿ ਉਹਨਾਂ ਸ਼ਕਤੀਆਂ ਨੂੰ ਖਤਮ ਕਰਨਗੇ, ਉਹ ਦੇ ਦੇਵੇਗਾ। ਇਹ ਹੈ ਮੇਰਾ ਉਹ ਅਪਰੰਪਾਰ ਗੁਰੂ, ਜਿਸ ਕੋਲੋਂ ਮੈਨੂੰ ਸਾਰੀਆਂ ਦਾਤਾਂ ਤੇ ਖੁਸ਼ੀਆਂ ਪ੍ਰਾਪਤ ਹੋਈਆਂ ਨੇ। ਮੇਰਾ ਗੁਰੂ ਪੱਤੇ ਪੱਤੇ, ਰੋਮ ਰੋਮ ਵਿੱਚ ਰਮਿਆ ਹੋਇਆ ਹੈ। ਉਹ ਹਰ ਬੇਜਾਨ ਮੂਰਤ ਵਿੱਚ ਵੀ ਜਾਨ ਪਾ ਸਕਦਾ ਹੈ। ਵਾਹਿਗੁਰੂ ਜੀਓ। ਵਾਹਿਗੁਰੂ, 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 ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।